ਆ ਗਿਆ ਤੁਹਾਡਾ ਬਾਈ ਗਿੱਲ ਜਗਮੇਲ ਕੱਢ ਕੇ ਕੰਮਕਾਰ ਤੋਂ ਵੇਲ। ਅੱਜ ਵੀ ਆਪਾਂ ਪੰਜਾਬੀ ਸਿੱਖਿਆ ਦੀਆਂ ਵਿਧੀਆਂ ਬਾਰੇ ਗੱਲ ਕਰਾਂਗੇ। ਇਹ ਪੜ੍ਹਾਂਗੇ। ਪਹਿਲਾ ਭਾਗ ਤੁਸੀਂ ਵੇਖ ਚੁੱਕੇ ਹੋ। ਪੰਜਾਬੀ ਕਵਿਤਾ ਦੀਆਂ ਸਿੱਖਿਆ ਦੀਆਂ ਵਿਧੀਆਂ ਬਾਰੇ ਆਪਾਂ ਪੜ੍ਹ ਰਹੇ ਸੀਗੇ। ਪੰਜਾਬੀ ਕਵਿਤਾ ਸਿੱਖਿਆ ਦੀਆਂ ਜਿਹੜੀਆਂ ਆਪਣੇ ਕੋਲੇ 4 ਵਿਧੀਆਂ ਹੁੰਦੀਆਂ ਹਨ ਅਤੇ ਉਹਨਾਂ ਬਾਰੇ ਸਭ ਤੋਂ ਪਹਿਲਾਂ ਗੀਤ ਅਤੇ ਨਾਟ ਪ੍ਰਣਾਲੀ, ਉਸ ਤੋਂ ਬਾਅਦ ਸ਼ਬਦਾਰਥ ਪ੍ਰਣਾਲੀ, ਫਿਰ ਆਪਾਂ ਕੀਤੀ ਸੀ ਪ੍ਰਸ਼ਨ ਉੱਤਰ ਪ੍ਰਣਾਲੀ, ਉਸ ਤੋਂ ਬਾਅਦ ਆਪਾਂ ਕੀਤੀ ਸਮੀਖਿਆ ਪ੍ਰਣਾਲੀ। ਹੁਣ ਇਹਨਾਂ ਨੂੰ ਤੁਸੀਂ ਪ੍ਰਣਾਲੀ ਕਹਿ ਦਿਓ ਜਾਂ ਵਿਧੀ ਕਹਿ ਦਿਓ, ਇੱਕ ਹੀ ਗੱਲ ਹੈ। ਅਤੇ ਉਸ ਤੋਂ ਉਪਰੰਤ ਮੈਂ ਤੁਹਾਨੂੰ ਥੋੜ੍ਹਾ ਦੱਸਿਆ ਸੀ, ਜ਼ਿਆਦਾ ਵਿਸਤਾਰ ਵਿੱਚ ਆਪਾਂ ਨਹੀਂ ਗਏ ਸੀਗੇ। ਵਿਸਤਾਰ ਵਿੱਚ ਆਪਾਂ ਜਾਣਾ ਵੀ ਨਹੀਂ, ਕਿਉਂਕਿ ਇਹਨਾਂ ਵਿੱਚੋਂ ਜਿਹੜੇ ਪ੍ਰਸ਼ਨ ਹੈ ਆਪਣੇ ਕਵਿਤਾ ਸਿੱਖਿਆ ਦੀਆਂ ਵਿਧੀਆਂ ਵਿੱਚੋਂ ਇਹੀ ਪੁੱਛੇ ਜਾਂਦੇ ਹੈ ਵੀ ਕਿਹੜੀਆਂ ਨੇ। ਵਿਆਖਿਆ ਵਿਧੀ ਵਿੱਚ ਹੁੰਦਾ ਹੀ ਕੰਮ ਹੈ ਵਿਆਖਿਆ ਕਰਨਾ, ਕਵਿਤਾ ਦੀ ਵਿਆਖਿਆ ਕਰਨਾ। ਵਿਆਖਿਆ ਤੋਂ ਬਾਅਦ ਉਹਦਾ ਪੂਰਾ ਬੱਚਿਆਂ ਨੂੰ ਅਰਥ ਦੱਸਣਾ, ਕਵਿਤਾ ਦੇ ਹਰੇਕ ਪੱਖ ਬਾਰੇ ਜਾਣਕਾਰੀ ਬੱਚਿਆਂ ਨੂੰ ਦੱਸਣੀ। ਇਹੀ ਵਿਆਖਿਆ ਵਿਧੀ ਦਾ ਵਿਸਤਾਰ ਹੈ। ਹੁਣ ਵਿਆਖਿਆ ਵਿਧੀ ਬਾਰੇ ਆਪਾਂ ਗੱਲ ਕਰਦੇ ਹਾਂ, ਅਤੇ ਵਿਆਖਿਆ ਵਿਧੀ 3 ਤਰ੍ਹਾਂ ਦੀ ਹੁੰਦੀ ਹੈ। ਹੁਣ ਕਈ ਕਿਤਾਬਾਂ ਦੇ ਵਿੱਚ ਆਪਾਂ ਜਿਹੜੀਆਂ ਪੜ੍ਹਦੇ ਹਾਂ ਉਹਨਾਂ ਦੇ ਵਿੱਚ ਇਹਨਾਂ ਨੇ ਵਿਆਖਿਆ ਵਿਧੀ ਦੇ ਗਾਂ ਪਾਠ ਨਹੀਂ ਲਿਖੇ। ਉਹਨਾਂ ਨੇ ਇਹਨਾਂ ਨੂੰ ਹੀ ਕਵਿਤਾ ਸਿੱਖਿਆ ਦੀਆਂ ਵਿਧੀਆਂ ਵਜੋਂ ਲਿਖਿਆ ਕਿਤਾਬਾਂ ਦੇ ਵਿੱਚ, ਜਿਵੇਂ ਤੁਲਨਾਤਮਕ ਵਿਧੀ, ਵਿਆਸ ਵਿਧੀ, ਸਮੀਖਿਆ ਵਿਧੀ, ਅਲੱਗ-ਅਲੱਗ ਵਿਧੀਆਂ ਲਿਖੀਆਂ ਨੇ। ਅਤੇ ਕਈ ਕਿਤਾਬਾਂ ਦੇ ਵਿੱਚ ਸਾਡੇ ਕੋਲੇ ਇਹ ਹੋਇਆ ਸਾਰੇ ਵਿਆਖਿਆ ਵਿਧੀ ਦੇ ਪਾਠ ਨੇ ਜਿਹੜੇ ਆਪਾਂ ਪੜ੍ਹਾਂਗੇ ਨਾ। ਵਿਆਸ ਜਾਂ ਕਥਾ ਵਿਧੀ, ਤੁਲਨਾਤਮਕ ਵਿਧੀ, ਸਮੀਖਿਆ ਵਿਧੀ, ਇਹ ਵਿਆਖਿਆ ਵਿਧੀ ਦੇ ਹੀ 3 ਉਪ ਵਿਧੀਆਂ ਨੇ। ਠੀਕ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਵਿਆਸ ਵਿਧੀ। ਵਿਆਸ ਜਾਂ ਕਥਾ ਵਿਧੀ ਜਿਹੜੀ ਹੈਗੀ ਹੈ, ਇਹਦੇ ਵਿੱਚ ਇਹਦਾ ਮਤਲਬ ਹੀ ਆਪਾਂ ਜਦੋਂ ਆਪਾਂ ਕਰਦੇ ਹਾਂ ਕਥਾ ਕਰਨੀ, ਪੂਰਾ ਵਿਸਤਾਰ ਦੇ ਨਾਲ ਪਹਿਲਾਂ ਕਵਿਤਾ ਪੜ੍ਹੀ ਅਧਿਆਪਕ ਨੇ, ਉਸ ਤੋਂ ਬਾਅਦ ਪੂਰੀ ਕਵਿਤਾ ਦਾ ਸਾਰ ਬੱਚਿਆਂ ਨੂੰ ਦੱਸਿਆ। ਕਵਿਤਾ ਕਿਹੜੇ ਸੰਦਰਭ ਵਿੱਚ ਕਹੀ ਗਈ ਹੈ, ਕਵਿਤਾ ਦੇ ਵਿੱਚ ਦੰਦ ਕਥਾ ਕਿਹੜੀ ਹੈ, ਠੀਕ ਹੈ, ਛੰਦ ਅਲੰਕਾਰ ਸਾਰਿਆਂ ਬਾਰੇ ਬੱਚਿਆਂ ਨੂੰ ਵਿਸਤਾਰ ਨਾਲ ਦੱਸਣਾ। ਉਹ ਕੀ ਹੈ? ਵਿਆਸ ਵਿਧੀ ਜਾਂ ਕਥਾ ਵਿਧੀ ਹੈ। ਹੁਣ ਜਿਹੜੀ ਆਪਾਂ ਵਿਆਖਿਆ ਵਿਧੀ ਦੀ ਗੱਲ ਕਰਦੇ ਹਾਂ, ਇਹ ਸਿਰਫ ਜਿਹੜੀ ਇਹ ਵਿਧੀ ਹੈ ਸਾਡੀ, ਇਹ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਵਾਸਤੇ ਬਹੁਤ ਲਾਹੇਵੰਦ ਹੈ। ਅਤੇ ਜ਼ਰੂਰੀ ਵੀ ਇਹ ਹੈ ਵੀ ਜਦੋਂ ਆਪਾਂ ਉੱਚ ਜਮਾਤਾਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਹੈ, ਉਦੋਂ ਇਸ ਵਿਧੀ ਦਾ ਆਪਾਂ ਲਾਹਾ ਖੱਟਣਾ ਹੈ। ਨਹੀਂ ਤਾਂ ਜਿਹੜੀਆਂ ਪਹਿਲਾਂ ਵਿਧੀਆਂ ਤੁਹਾਨੂੰ ਦੱਸੀਆਂ ਪਹਿਲਾਂ ਵਾਲੀ ਵੀਡੀਓ ਵਿੱਚ, ਉਹ ਸਿਰਫ ਪ੍ਰਾਇਮਰੀ ਕਲਾਸ ਵਿੱਚ ਅਤੇ ਅੱਪਰ ਪ੍ਰਾਇਮਰੀ ਦੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਸੀ। ਹੁਣ ਆਪਾਂ ਕਰਦੇ ਹਾਂ ਇਹ ਵਿਧੀ, ਜਦੋਂ ਕਰਦੇ ਹਾਂ ਇਹ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਵਾਸਤੇ ਬਹੁਤ ਜ਼ਰੂਰੀ ਹੈ। ਇਹ ਤਿੰਨੇ ਵਿਧੀਆਂ ਜਿਹੜੀਆਂ ਉਪ ਵਿਧੀਆਂ ਹੈ, ਤਿੰਨੇ ਹੀ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਵਾਸਤੇ ਹੈ। ਇੱਥੋਂ ਹੀ ਪ੍ਰਸ਼ਨ ਸਾਡੇ ਬਣ ਜਾਂਦਾ ਹੈ ਵੀ ਉਹਨਾਂ ਨੇ ਵਿਆਖਿਆ ਵਿਧੀ, ਉਹਨਾਂ ਨੇ 3 ਵਿਧੀਆਂ ਲਿਖਤੀਆਂ, ਪ੍ਰੀਖਿਆ ਦੇ ਵਿੱਚ ਪ੍ਰਸ਼ਨ ਤੁਹਾਡੇ ਆ ਜਾਂਦਾ ਹੇਠ ਲਿਖੀਆਂ ਵਿਧੀਆਂ ਵਿੱਚੋਂ, ਕਵਿਤਾ ਸਿੱਖਿਆ ਦੀਆਂ ਵਿਧੀਆਂ ਵਿੱਚੋਂ ਕਿਹੜੀ ਵਿਧੀ ਜਾਂ ਕਿਹੜੀ ਪ੍ਰਣਾਲੀ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਵਾਸਤੇ ਲਾਹੇਵੰਦ ਹੈ। ਗੀਤ ਅਤੇ ਨਾਟ ਵਿਧੀ, ਅਤੇ ਆਪਣੇ ਸ਼ਬਦਾਰਥ ਵਿਧੀ, ਉਸ ਤੋਂ ਬਾਅਦ ਪ੍ਰਸ਼ਨ ਉੱਤਰ ਵਿਧੀ ਅਤੇ ਵਿਆਖਿਆ ਵਿਧੀ। ਹੁਣ ਤੁਹਾਨੂੰ ਪਤਾ ਹੈ ਵੀ ਜੀ ਵਿਆਖਿਆ ਵਿਧੀ ਤੁਹਾਨੂੰ ਮੈਂ ਕਰਵਾਈ ਜਿਹੜੀ ਹੈ, ਇਹ ਸਿਰਫ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਵਾਸਤੇ ਹੈ। ਤਾਂ ਤੁਸੀਂ ਉੱਥੇ ਤੁਹਾਡਾ ਜਿਹੜਾ ਪ੍ਰਸ਼ਨ ਹੈ, ਤੁਸੀਂ ਵਧੀਆ ਸਹੀ ਉੱਤਰ ਉਹਦਾ ਲਿਖ ਸਕਦੇ ਹੋ ਪ੍ਰੀਖਿਆ ਦੇ ਵਿੱਚ। ਠੀਕ ਹੈ ਵੀ ਇਹ ਜ਼ਿਆਦਾ ਤੁਸੀਂ ਵਿਦਵਾਨ ਬਣਨ ਦੀ ਕੋਸ਼ਿਸ਼ ਨਾ ਕਰਨਾ। ਤੁਹਾਡਾ ਕੰਮ ਸਿਰਫ ਇੰਨਾ ਹੈ, ਵਿਦਵਾਨ ਬਣੀਏ ਤਾਂ ਅਸੀਂ ਕਿਤਾਬ ਸਾਡੇ ਕੋਲ ਕਿੰਨੀ ਮੋਟੀ ਕਿਤਾਬ ਹੈਗੀ ਹੈ, ਇਹ 459 ਪੇਜ ਆ ਕਿਤਾਬ ਦੇ, ਪੰਜਾਬੀ ਭਾਸ਼ਾ ਦਾ ਅਧਿਆਪਨ। ਹੁਣ 459 ਪੇਜ ਅਸੀਂ ਇਹ ਕਿਤਾਬ ਨਹੀਂ ਪੜ੍ਹ ਸਕਦੇ ਪੂਰੀ। ਵਿਦਵਾਨ ਨਹੀਂ ਬਣਨਾ ਆਪਾਂ ਤਾਂ ਸਿਰਫ ਗੋਲ ਅਚੀਵ ਕਰਨਾ ਹੈ, ਇੱਕ ਨੌਕਰੀ ਲੱਗਣਾ। ਆਪਾਂ ਤਾਂ ਪ੍ਰੀਖਿਆ ਵਿੱਚ ਪ੍ਰਸ਼ਨ ਹੱਲ ਕਰਨੇ ਹੈ। ਇਸ ਲਈ ਤੁਹਾਨੂੰ ਮੈਂ ਜ਼ਿਆਦਾ ਡੀਪਲੀ ਨਹੀਂ ਕਰਵਾ ਰਿਹਾ। ਸਿਰਫ ਆਪਾਂ ਜਿੱਥੋਂ ਪ੍ਰਸ਼ਨ ਬਣਦੇ ਆਪਾਂ ਉਹੀ ਗੱਲ ਕਰ ਰਹੇ ਹਾਂ, ਫਾਲਤੂ ਗੱਲਾਂ ਆਪਾਂ ਨਹੀਂ ਕਰਨੀਆਂ। ਜਿਹੜਾ ਬੇਲੋੜਾ ਮੈਟਰ ਹੈ ਉਹ ਆਪਾਂ ਨਹੀਂ ਕਰ ਰਹੇ। ਹੁਣ ਵਿਆਖਿਆ ਵਿਧੀ ਦਾ ਵਿਸਤ੍ਰਿਤ ਰੂਪ। ਠੀਕ ਹੈ। ਪਹਿਲੀ ਗੱਲ ਕੀ ਹੈ? ਵਿਆਸ ਵਿਧੀ ਕੀ ਹੈ? ਵਿਆਖਿਆ ਵਿਧੀ ਦਾ ਕੀ ਹੈ? ਵਿਸਤ੍ਰਿਤ ਰੂਪ ਹੈ। ਕਵਿਤਾ ਪੜ੍ਹਾਉਂਦੇ ਸਮੇਂ ਕਵਿਤਾ ਦੀਆਂ ਵਿਸ਼ੇਸ਼ਤਾਵਾਂ, ਭਾਸ਼ਾ ਅਤੇ ਸ਼ੈਲੀਆਂ ਨੂੰ ਪੂਰੇ ਵਿਸਤਾਰ ਨਾਲ ਪੇਸ਼ ਕੀਤਾ ਜਾਂਦਾ ਹੈ। ਕਵਿਤਾ ਜਿਹੜੀ ਕਵਿਤਾ ਹੈ ਕਿਹਦੇ ਸੰਦਰਭ ਵਿੱਚ ਕਹੀ ਗਈ ਹੈ, ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ। ਹੁਣ ਤੁਹਾਡੀ ਪਾਠ ਪੁਸਤਕ ਵਿੱਚ ਕਵਿਤਾ ਬਹੁਤ ਮਕਬੂਲ ਹੋਈ ਹੈ ਅੰਮ੍ਰਿਤਾ ਪ੍ਰੀਤਮ ਦੀ, ਅਤੇ ਉਹ ਕਵਿਤਾ ਹੈ, ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਵਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਜਦੋਂ ਆਪਾਂ ਆਹ ਕਵਿਤਾ ਬੱਚਿਆਂ ਨੂੰ ਪੜ੍ਹਾਈ, ਬੱਚੇ ਨੇ ਕਵਿਤਾ ਸੁਣ ਲਈ ਹੈ, ਠੀਕ ਹੈ, ਉਹਦੇ ਆਪਾਂ ਅਰਥ ਦੱਸਣ ਲੱਗ ਗਏ ਬੱਚਿਆਂ ਨੂੰ। ਹੁਣ ਅਰਥ ਦੇ ਨਾਲ ਨਾਲ ਆਪਾਂ ਇਹ ਵੀ ਦੱਸਣਾ ਹੈ ਵੀ ਇਹ ਕਵਿਤਾ ਕਿਹਦੇ ਸੰਦਰਭ ਵਿੱਚ ਇਹ ਲਿਖੀ ਗਈ ਹੈ, ਠੀਕ ਹੈ। ਜਿੰਨਾ ਚਿਕਰ ਇਹ ਚੀਜ਼ ਤੁਸੀਂ ਨਾ ਦੱਸੋਗੇ ਉਹਨਾਂ ਚਿਕਰ ਬੱਚਿਆਂ ਦੇ ਸਮਝ ਵਿੱਚ ਨਹੀਂ ਆਉਣਾ। ਆਪਾਂ ਬੱਚਿਆਂ ਨੂੰ ਦੱਸਾਂਗੇ ਵੀ ਇਹ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ। ਭਾਰਤ ਤੇ ਪਾਕਿਸਤਾਨ ਦਾ ਬਟਵਾਰਾ ਹੋਇਆ 1947 ਦੇ ਵਿੱਚ, ਅਤੇ ਉਦੋਂ ਜਿਹੜਾ ਪੰਜਾਬੀ ਲੋਕ ਸੀਗੇ ਉਹਨਾਂ ਦਾ ਬਹੁਤ ਵੱਡਾ ਘਾਣ ਹੋਇਆ ਸਾਡੇ ਪੰਜਾਬੀਆਂ ਦਾ, ਅਤੇ ਉਹਦੇ ਸੰਦਰਭ ਵਿੱਚ ਇਹ ਕਵਿਤਾ ਉਚਾਰੀ ਗਈ ਸੀਗੀ ਵੀ ਬਹੁਤ ਸਾਰੇ ਲੋਕ ਉਸ ਸਮੇਂ ਜਿਹੜੇ ਘਰੋਂ ਬੇਘਰ ਹੋਏ ਸੀਗੇ, ਅਤੇ ਉਹਦੇ ਸੰਦਰਭ ਵਿੱਚ ਇਹ ਕਵਿਤਾ ਕਹੀ ਗਈ ਸੀਗੀ ਵੀ ਧੀਆਂ ਭੈਣਾਂ ਦੀ ਜਦੋਂ ਉਦੋਂ ਉਸ ਟਾਈਮ ਪੱਤ ਰੋਲੀ ਗਈ, ਠੀਕ ਹੈ, ਅਤੇ ਫਿਰਕਾ ਪ੍ਰਸਤੀ ਦੇ ਯੁੱਗ ਵਿੱਚ ਇਹਨਾਂ ਧੀਆਂ ਦਾ ਘਾਣ ਹੋਇਆ। ਜੇ ਆਪਾਂ ਇਹ ਬੱਚਿਆਂ ਨੂੰ ਪੂਰਾ ਦੱਸਾਂਗੇ ਤਾਂ ਉਹ ਬੜੀ ਰੁਚੀ ਦੇ ਨਾਲ, ਇੰਟਰਸਟ ਦੇ ਨਾਲ ਬੱਚੇ ਸੁਣਨਗੇ। ਪੜ੍ਹਦੇ ਹਾਂ ਹੁਣ ਤੁਲਨਾਤਮਕ ਵਿਧੀ। ਤੁਲਨਾਤਮਕ ਵਿਧੀ ਵਿੱਚ ਕੀ ਪੜ੍ਹਦੇ ਹਾਂ ਆਪਾਂ? ਕਵੀਆਂ ਦੇ ਵਿਚਾਰਾਂ ਦੀ ਤੁਲਨਾ ਕਵਿਤਾ ਦੇ ਵਿਸ਼ੇ ਪੱਖ ਤੋਂ ਦੂਜੇ ਕਵੀਆਂ ਦੇ ਨਾਲ ਕੀਤੀ ਜਾਂਦੀ ਹੈ, ਠੀਕ ਹੈ। ਕਵੀਆਂ ਦੀ ਵਿਸ਼ੇ ਪੱਖ ਤੋਂ ਤੁਲਨਾ ਕਰਨਾ, ਜਿਵੇਂ ਕਈ ਵਾਰੀ ਆਪਾਂ ਆਫਲਾਈਨ ਕਲਾਸ ਦੇ ਵਿੱਚ ਪੜ੍ਹਦੇ ਹਾਂ ਵੀ ਆਪਣੇ ਸਾਹਿਤ ਦੇ ਰੂਪ ਜਿਹੜੇ ਦਿੱਤੇ ਹੋਏ ਹੈ, ਜਿਵੇਂ ਕਾਫੀ ਹੈ, ਕਿੱਸਾ ਹੈ, ਵਾਰ ਹੈ। ਜਿਵੇਂ ਕਾਫੀ ਬਾਰੇ ਆਪਾਂ ਪੜ੍ਹਿਆ ਕਿ ਕਾਫੀ ਨੂੰ ਰਾਗਨੀ ਕਿਹਨੇ ਕਿਹਨੇ ਕਿਹਾ। ਆਪਾਂ ਉੱਥੇ ਲਿਖਿਆ ਸੀਗਾ ਭਾਈ ਕਾਹਨ ਸਿੰਘ ਨਾਭਾ, ਡਾਕਟਰ ਮੋਹਨ ਸਿੰਘ ਦੀਵਾਨਾ ਕਾਫੀ ਨੂੰ ਰਾਗਣੀ ਮੰਨਦੇ ਹੈ, ਆਪਾਂ ਪੜ੍ਹ ਕੇ ਆਏ ਸੀਗੇ। ਫਿਰ ਆਪਾਂ ਕਿਹਾ ਸੀ ਡਾਕਟਰ ਦੀਵਾਨ ਸਿੰਘ ਕੀ ਕਹਿੰਦਾ ਹੈ, ਕਾਫੀ ਨੂੰ ਕੀ ਮੰਨਦਾ, ਛੰਦ ਮੰਨਦਾ ਹੈ, ਠੀਕ ਹੈ। ਫਿਰ ਕਾਵ ਰੂਪ ਕੌਣ ਕੌਣ ਮੰਨਦਾ ਹੈ? ਪਿਆਰਾ ਸਿੰਘ ਪਦਮ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਕਿਰਪਾਲ ਸਿੰਘ ਕਸੇਰ, ਇਹ ਕੀ ਮੰਨਦੇ ਹੈ? ਇਹ ਕਾਫੀ ਨੂੰ ਕਾਵ ਰੂਪ ਮੰਨਦੇ ਹੈ। ਤੁਲਨਾ ਕਰਤੀ ਨਾ ਆਪਾਂ ਕਾਫੀ ਦੇ ਨਾਲ, ਠੀਕ ਹੈ। ਉਸੇ ਤਰੀਕੇ ਨਾਲ ਜਿਵੇਂ ਇੱਕ ਆਪਾਂ ਕਈ ਵਾਰੀ ਤੁਲਨਾ ਕਰਦੇ ਹਾਂ, ਜਿਹੜੀ ਤੁਹਾਡੀ ਕਿਤਾਬ ਵਿੱਚ ਵੀ ਦੇ ਰੱਖਿਆ ਹੈ ਪੰਜਾਬੀ ਭਾਸ਼ਾ ਦੇ ਅਧਿਆਪਨ ਦੇ ਵਿੱਚ, ਜਦੋਂ ਆਪਾਂ ਔਰਤ ਬਾਰੇ ਗੱਲ ਕਰਦੇ ਹਾਂ ਅਤੇ ਕਈ ਕਵੀਆਂ ਨੇ ਔਰਤ ਬਾਰੇ ਬਹੁਤ ਚੰਗਾ ਨਹੀਂ ਲਿਖਿਆ। ਜਿਵੇਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਨਾਥ ਜੋਗੀਆਂ ਦੇ ਵਿੱਚ, ਉਹਨਾਂ ਦਾ ਜਿਹੜਾ ਸਾਹਿਤ ਆ ਉੱਥੇ ਵੀ ਨਾਰੀ ਨੂੰ, ਔਰਤ ਨੂੰ ਕਈ ਥਾਵਾਂ 'ਤੇ ਉਹਨਾਂ ਨੇ ਪਤਾ ਨਹੀਂ ਕਿਹੜੇ ਸੰਦਰਭ ਵਿੱਚ ਗਲਤ ਲਿਖਿਆ ਹੋਇਆ। ਜਿਵੇਂ ਆਪਾਂ ਪੜ੍ਹਦੇ ਹਾਂ ਤੁਹਾਡੀ ਕਿਤਾਬ ਦੇ ਵਿੱਚ ਹੀ ਹੈ ਵੀ ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਕਿਹਨੇ ਲਿਖਿਆ? ਤੁਲਸੀਦਾਸ ਨੇ ਲਿਖਿਆ। ਹੁਣ ਪਤਾ ਨਹੀਂ ਕਿਸ ਸੰਦਰਭ ਵਿੱਚ ਲਿਖਿਆ ਗਿਆ ਉਹਨਾਂ ਨੇ, ਪਰ ਉੱਥੇ ਨਾਰੀ ਦੀ ਨਿੰਦਾ ਹੋ ਗਈ ਨਾ। ਫਿਰ ਲਿਖਿਆ ਆਪਣੇ ਕਬੀਰ ਜੀ ਨੇ, ਨਾਰੀ ਕੀ ਛਾਇਆ ਛਾਈ ਪਰਤ ਨਾ ਅੰਧਾ ਹੋਤ ਬੁਚੰਗ, ਕਬੀਰਾ ਤਿਨ ਕੀ ਕੌਣ ਗਤੀ ਕਰੇ ਜੋ ਨਿਤ ਨਾਰੀ ਕੇ ਸੰਗ, ਇਹ ਕਬੀਰ ਜੀ ਨੇ ਕਿਹਾ, ਠੀਕ ਹੈ। ਫਿਰ ਇਹ ਤਾਂ ਕਿਹਾ ਗਲਤ ਕਿਹਾ ਗਿਆ, ਨਾਰੀ ਬਾਰੇ ਜਿਹੜੇ ਚੰਗੇ ਸ਼ਬਦ ਨਹੀਂ ਵਰਤੇ ਗਏ। ਫਿਰ ਜਿਹਨਾਂ ਚੰਗੇ ਸ਼ਬਦ ਕਿਹਨਾਂ ਨਾਲ ਵਰਤੇ? ਸਭ ਤੋਂ ਪਹਿਲਾਂ ਆਪਣੇ ਨਾਮ ਆ ਜਾਂਦਾ ਗੁਰੂ ਨਾਨਕ ਦੇਵ ਜੀ ਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰਜਾਨ। ਉਸ ਔਰਤ ਨੂੰ, ਉਸ ਜਗਤ ਜਨਨੀ ਨੂੰ ਕਦੇ ਬੁਰਾ ਨਹੀਂ ਕਹਿਣਾ ਚਾਹੀਦਾ ਜਿਹਨੇ ਰਾਜਾ ਮਹਾਰਾਜਾ ਨੂੰ ਜਨਮ ਦਿੱਤਾ ਹੈ। ਆਪਣੇ ਜਿਹੜੇ ਜੈ ਸ਼ੰਕਰ ਪ੍ਰਸਾਦ ਹੈ ਉਹ ਕਹਿੰਦੇ, ਨਾਰੀ ਤੁਮ ਕੇਵਲ ਸ਼ਰਧਾ ਹੋ। ਨਾਰੀ ਨੂੰ ਕੀ ਕਿਹਾ ਉਹਨਾਂ ਨੇ? ਸ਼ਰਧਾ ਕਿਹਾ। ਕਿੰਨਾ ਸੋਹਣਾ ਲਿਖਿਆ। ਫਿਰ ਆਪਣੇ ਮੇਤਰੀ ਸ਼ਰਨ ਗੁਫਤ ਹੈ ਹਿੰਦੀ ਦੇ ਕਵੀ, ਉਹ ਕਹਿੰਦੇ ਹੈ, ਅਬਲਾ ਜੀਵਨ ਹਾਏ तेरी यही कहानी, आंचल में है दूध और आँखों में है पानी। कितना सोहना लिखिया इन्हों ने भी। फिर जिहड़ा इह है हिंदी के कवि, उस तो बाद अपने कवि हो गए चरण सिंह शहीद, इन्होंने तो फिर सीरा ही लाता। कितना सोहना कहा इन्होंने, कहता अद्धा अंग नार नूं कहंदे, अद्धा अंग नार नूं कहंदे सारे ग्रंथ पवित्र ने। कहता भी जिहड़े ग्रंथ अद्धा अर्धांगनी कहते हैं नार नूं, वो सारे ग्रंथ पवित्र ने। फिर दुबारे लैन मैं रिपीट करदा, अद्धा अंग नार नूं कहंदे सारे ग्रंथ पवित्र ने, औरत नूं जो जुत्ती आखण वो भी खुद एक छित्र ने। छित्र कहते हैं जुत्ती नूं कहते हैं जिहड़े पैरां 'च पाई जांदा, जोड़ा पाया जांदा, ठीक है। बहुत सोहना लिखिया। एक ने लिखिया चरण सिंह शहीद ने लिखिया, ठीक है, भी औरत नूं जिहड़े किहड़े कवियां ने गलत किया, किहड़े ने चंगा किया, उसकी आपां तुलना करती है। ये की अपने तुलनात्मक विधि है। उस तो बाद गल करते आपां समीक्षा विधि की। हुण समीक्षा का मतलब ही की हुंदा? आलोचना करना, ठीक है, कविता की पक्ष पड़चोल करना, कविता के गुण दोष बारे चर्चा करनी, दसना बच्चों नूं, ठीक है। विद्यार्थियों नूं कविता की आलोचना करना सिखाया जाता है। आलोचना किवें करनी है बच्चों नूं ये दस्सिया जाता है, ठीक है। किहड़े किहड़े नियम ने, ठीक है। विद्यार्थी कविता की
परख ਅਤੇ ਪੜਚੋਲ ਕਰਦੇ ਹਨ। ਕਵਿਤਾ ਉੱਤੇ ਟਿੱਕਾ ਟਿੱਪਣੀ ਕਰਨ ਦੇ ਨਿਯਮ ਸਿੱਖਦੇ ਹਨ। ਕਵਿਤਾ ਉੱਤੇ ਟਿੱਕਾ ਟਿੱਪਣੀ ਕਿਵੇਂ ਕਰਨੀ ਹੈ, ਇਹ ਸਾਰੇ ਨਿਯਮ ਕਿਹਦੇ ਵਿੱਚ ਸਿਖਾਏ ਜਾਂਦੇ ਹੈ, ਸਮੀਖਿਆ ਵਿਧੀ ਵਿੱਚ ਸਿਖਾਏ ਜਾਂਦੇ ਹੈ। ਉੱਚ ਸ਼੍ਰੇਣੀਆਂ ਇਹ ਬਹੁਤ ਹੀ ਲਾਹੇਵੰਦ ਵਿਧੀ ਹੈ, ਬਹੁਤ ਜ਼ਰੂਰੀ ਵਿਧੀ ਹੈ। ਇਸ ਕਰਕੇ ਆਪਾਂ ਸਾਰੀਆਂ ਵਿਧੀਆਂ ਇਹ ਪੂਰੇ ਵਿਸਤਾਰ ਨਾਲ ਕਰਨੀਆਂ। ਹੁਣ ਅੱਗੇ ਆਪਾਂ ਕਰਾਂਗੇ ਅਗਲੀ ਕਲਾਸ ਵਿੱਚ ਵਿਆਕਰਨ ਪੜ੍ਹਨ ਦੀਆਂ ਵਿਧੀਆਂ। ਤਾਂ ਜੋ ਮੈਂ ਤੁਹਾਨੂੰ ਕਹਿਣਾ ਡਟੇ ਰਹੋ ਤੁਸੀਂ। ਅਤੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਇਹ ਚੈਨਲ ਤੁਹਾਡੇ ਭਰਾ ਦਾ ਜਗਮੇਲ ਸਿੰਘ ਗਿੱਲ ਦੇ ਨਾਂ ਤੋਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ YouTube 'ਤੇ ਜਾ ਕੇ ਜਗਮੇਲ ਸਿੰਘ ਗਿੱਲ ਲਿਖ ਕੇ ਤਾਂ ਤੁਹਾਡਾ ਬਾਈ ਉੱਥੇ ਆ ਜਾਊਗਾ, ਕੋਈ ਵੀਡੀਓ ਆ ਜਾਊਗੀ ਉੱਥੇ, ਅਤੇ ਉਹਨੂੰ ਖੋਲ੍ਹ ਕੇ ਸਬਸਕ੍ਰਾਈਬ ਕਰਕੇ ਘੰਟੀ ਦਬਾ ਕੇ ਅਤੇ ਲਾਈਕ ਅਤੇ ਕਮੈਂਟ ਕਰੋ ਤਾਂ ਜੋ ਮੈਨੂੰ ਹੌਸਲਾ ਮਿਲਦਾ ਰਹੇ ਅਤੇ ਮੈਂ ਤੁਹਾਡੇ ਵਾਸਤੇ ਹੋਰ ਪੰਜਾਬੀ ਸਾਹਿਤ ਬਾਰੇ, ਪੰਜਾਬੀ ਕਿੱਸਾ ਗੁਰਮਤਿ ਕਾਵਿ ਬਾਰੇ, ਆਦਿ ਕਾਲ, ਮੱਧ ਕਾਲ, ਆਧੁਨਿਕ ਕਾਲ ਬਾਰੇ ਹੋਰ ਵੀਡੀਓ ਬਣਾ ਸਕਾਂ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਰੱਬ ਰਾਖਾ।